ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਲਿਸ ਕੈਦੀ ਨੂੰ ਜਦੋਂ ਕੈਦ ਵਿੱਚ ਰੱਖਦਾ, ਕਈ ਐਸੇ ਖਤਰਨਾਕ ਮੁਜਰਮ ਹੁੰਦੇ ਹਨ ਕਿ ਕੈਦ ਵਿੱਚ ਵੀ ਉਸ ਨੂੰ ਸੰਗਲ ਬੇੜੀਆਂ ਪਾ ਕੇ ਰੱਖਦੇ ਹਨ। ਇਸੇ ਤਰ੍ਹਾਂ ਮਾਇਆ ਨੇ ਜੀਵ ਨੂੰ ਕੈਦ ਕਰ ਰੱਖਿਆ ਹੈ, ਪਰ ਕੈਦ ਹੋਣ ਦੇ ਬਾਵਜੂਦ ਇਸ ਦੇ ਗਲ ਵਿੱਚ ਕਈ ਤਰ੍ਹਾਂ ਦੇ ਸੰਗਲ ਤੇ ਬੰਧਨ ਪਾਏ ਹੋਏ ਹਨ ਤਾਂ ਕਿ ਜੀਵ ਮਾਇਆ ਦੀ ਕੈਦ ਵਿੱਚੋਂ ਛੁੱਟ ਨਾ ਸਕੇ। ਸਰੀਰਕ ਬੰਧਨ ਇਸ ਦੇ ਗਲ ਵਿੱਚ ਪਾਏ ਹਨ, ਜਿਵੇਂ ਕਿ ਖਾਣ ਪੀਣ ਦੇ ਬੰਧਨ, ਪੌਸ਼ਟਿਕ ਤੇ ਸਾਦਾ ਆਹਾਰ ਦੀ ਬਜਾਏ ਚਟਪਟੇ ਮਸਾਲੇਦਾਰ ਖਾਣੇ ਦੀਆਂ ਆਦਤਾਂ ਸਾਨੂੰ ਪਾਈਆਂ ਹੋਈਆਂ ਹਨ, ਜਿਸ ਨਾਲ ਸਾਡੀ ਸਿਹਤ ਦਾ ਪੱਧਰ ਬਚਪਨ ਤੋਂ ਹੀ ਵਿਗੜ ਜਾਂਦਾ ਹੈ। ਫਿਰ ਬੋਲਚਾਲ ਦੇ ਬੰਧਨ ਹਨ। ਫੈਸ਼ਨ ਪ੍ਰਸਤੀ ਦੇ ਇਤਨੇ ਜ਼ਬਰਦਸਤ ਬੰਧਨ ਪਾਏ ਹਨ ਮਾਇਆ ਨੇ ਕਿ ਬਹੁਤ ਸਾਰਾ ਸਮਾਂ ਪੈਸਾ ਤਾਂ ਬਰਬਾਦ ਹੁੰਦਾ ਹੀ ਹੈ। ਇਹ ਸੰਗਲ ਇਤਨਾ ਜ਼ਬਰਦਸਤ, ਜਵਾਨੀ ਤਾਂ ਇੱਕ ਪਾਸੇ ਰਹੀ, ਬੁਢਾਪੇ ਵਿੱਚ ਵੀ ਇਸ ਨੂੰ ਅਸੀਂ ਨਹੀਂ ਤਿਆਗਦੇ। ਜਦੋਂ ਧੌਲੇ ਆ ਜਾਂਦੇ ਹਨ ਕੇਸ ਚਿੱਟੇ, ਫਿਰ ਇਸ ਨੂੰ ਕਾਲੇ ਕਰੋ ਕਿਉਂਕਿ ਸੋਹਣਾ ਨਹੀਂ ਲੱਗਦਾ। ਜਿਹੜੇ ਰਸਮੋ ਰਿਵਾਜ ਅਸੀਂ ਬਣਾਏ ਹਨ, ਮੰਗਣੀ, ਵਿਆਹ, ਸੋਗ ਆਦਿ ਦੇ, ਸੋ ਉਹਨਾਂ ਦੇ ਅਸਰ ਹੇਠ ਬੇਅੰਤ ਫਜ਼ੂਲ ਖਰਚੀ ਵੀ ਕਰਦੇ ਹਾਂ, ਭਾਰ ਹੇਠ ਦਬਦੇ ਹਾਂ, ਦੁਖੀ ਵੀ ਹੁੰਦੇ ਹਾਂ, ਪਰ ਇਹਨਾਂ ਫੋਕੇ ਰਸਮਾਂ ਰਿਵਾਜਾਂ ਨੂੰ ਤਿਆਗ ਨਹੀਂ ਸਕਦੇ ਕਿਉਂਕਿ ਇਹ ਜ਼ਬਰਦਸਤ ਬੰਧਨ ਸਾਡੇ ਗਲ ਵਿੱਚ ਪਏ ਹੋਏ ਹਨ। ਇਹਨਾਂ ਸਾਰੇ ਬੰਧਨਾਂ ਦਾ ਜ਼ਿਕਰ ਗੁਰਮੁਖ ਪਿਆਰਿਆਂ ਨੇ 105 ਨੰਬਰ ਲੇਖ ਬੰਧਨ ਛੁੱਟਣ ਭਾਗ ਪਹਿਲਾ ਵਿੱਚ ਕੀਤਾ ਹੈ। ਤੇ ਕਈ ਰੂਹਾਂ ਜਦੋਂ ਇਸ ਬੰਧਨਾਂ ਤੋਂ ਬਚਣ ਲਈ ਧਰਮ ਦਾ ਆਸਰਾ ਲੈਂਦੀਆਂ ਹਨ ਤਾਂ ਮਾਇਆ ਨੇ ਉਹਨਾਂ ਦੇ ਗਲ ਵਿੱਚ ਧਰਮ ਦੇ ਬੰਧਨ, ਅਧਿਆਤਮਿਕ ਬੰਧਨ ਤੇ ਸੰਸਕਾਰਾਂ ਦੇ ਬੰਧਨ ਪਾ ਛੱਡਦੀ ਹੈ, ਜਿਸ ਦਾ ਵਿਸਥਾਰ ਗੁਰਮੁਖ ਪਿਆਰਿਆਂ ਨੇ ਦੂਜੇ ਭਾਗ ਵਿੱਚ ਕੀਤਾ ਹੈ। ਸੋ ਇਹਨਾਂ ਤਿੰਨਾਂ ਬੰਧਨਾਂ ਵਿੱਚੋਂ ਸਿਰਫ ਸੰਸਕਾਰਾਂ ਦੇ ਬੰਧਨਾਂ ਦੀ ਬਾਬਤ ਆਪ ਜੀ ਦੇ ਸਾਹਮਣੇ ਪੜਿਆ ਗਿਆ ਹੈ, ਕਿਉਂਕਿ ਸਾਰੇ ਤਰ੍ਹਾਂ ਦੇ ਬੰਧਨਾਂ ਦਾ ਜ਼ਿਕਰ ਕਰਨ ਨਾਲ ਲੇਖ ਦਾ ਵਿਸਥਾਰ ਬਹੁਤ ਹੋ ਜਾਂਦਾ ਹੈ, ਸਮਾਂ ਬਹੁਤ ਲੱਗਦਾ ਹੈ। ਸੰਸਕਾਰਾਂ ਦੇ ਬੰਧਨ। ਹਰ ਇੱਕ ਜੀਵ ਅਕਾਲ ਪੁਰਖ ਦੀ ਅੰਸ਼ ਹੋਣ ਦੇ ਨਾਤੇ ਜੋਤ ਸਰੂਪ ਹੈ। ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜੀ ਤੇ ਇਸ ਦੀ ਪ੍ਰਵਿਰਤੀ ਲਈ ਮਾਇਆ ਦਾ ਭਰਮ ਭੁਲਾਵਾ ਰਚਿਆ, ਜਿਸ ਤੋਂ ਜੀਵ ਨੂੰ ਆਪਣੀ ਅਡਰੀ ਹੋਂਦ ਤੇ ਹਉਮੈ ਦਾ ਅਹਿਸਾਸ ਹੋਇਆ। ਇਸ ਤਰ੍ਹਾਂ ਇਹ ਅਨੰਤ ਆਤਮਿਕ ਹੋਂਦ ਹਉਮੈ ਦੇ ਸੀਮਤ ਭਰਮ ਭੁਲਾਵੇ ਵਿੱਚ ਕੈਦ ਹੋ ਗਈ ਤੇ ਜੀਵ ਹਉ ਧਾਰੀ ਕਰਮਾਂ ਦੇ ਬੰਧਨਾਂ ਵਿੱਚ ਫਸ ਗਿਆ। ਹਉ ਹਉ ਕਰਤ ਬੰਧਨ ਮੈਂ ਪਰਿਆ, ਨਹਿ ਮਿਲਿਆ ਇਹ ਜੁਗਤਾ। ਦੂਜੇ ਲਫ਼ਜ਼ਾਂ ਵਿੱਚ ਜੀਵ ਆਪਣੇ ਆਪ ਨੂੰ ਅਕਾਲ ਪੁਰਖ ਨਾਲੋਂ ਅਡਰੀ ਹਸਤੀ ਸਮਝਣ ਲੱਗ ਪੈਂਦਾ ਹੈ ਤੇ ਆਪਣੀ ਨਿੱਕੀ ਜਿਹੀ ਹਉਮੈ ਵਿੱਚ ਕਰਮਬੱਧ ਹੋ ਜਾਂਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਇਹਨਾਂ ਪੰਜ ਬਿਖਾਦੀਆਂ ਦੇ ਅਧੀਨ ਜੀਵ ਸੋਚਦਾ, ਚਿਤਵਦਾ, ਕਰਮ ਕਰਦਾ ਤੇ ਨਤੀਜੇ ਭੋਗਦਾ ਹੈ। ਹਾਂਜੀ, ਜਦੋਂ ਰੱਬ ਨਾਲੋਂ ਆਪਣੀ ਅਡਰੀ ਹਸਤੀ ਦਾ ਅਹਿਸਾਸ ਹੋਇਆ, ਹਉਮੈ ਆ ਗਈ। ਜਦੋਂ ਹਉਮੈ ਆਈ ਤਾਂ ਇਹ ਪੰਜ ਬਿਖਾਦੀ ਨਾਲ ਆ ਗਏ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਫਿਰ ਜੀਵ ਇਹਨਾਂ ਦੇ ਅਧੀਨ ਹੀ ਸੋਚਦਾ, ਚਿਤਵਦਾ, ਕਰਮ ਕਰਦਾ ਹੈ, ਫਿਰ ਜਿਸ ਦੇ ਨਤੀਜੇ ਭੋਗਦਾ ਹੈ। ਨੀਵੇਂ ਖਿਆਲਾਂ ਤੇ ਕਰਮਾਂ ਦੇ ਅਭਿਆਸ ਨਾਲ ਇਹ ਨੀਵੇਂ ਅੰਸ਼ ਮਨ ਦੀਆਂ ਡੂੰਘਿਆਈਆਂ ਦੇ ਅੰਦਰ ਉਤਰ ਕੇ ਤਾਸਵਸ ਰਸ ਜਾਂਦੇ ਹਨ ਤੇ ਇਹਨਾਂ ਦੀ ਸਮੁੱਚੀ ਰੰਗਤ ਹੀ ਸਾਡਾ ਮਾਨਸਿਕ ਆਪਾ ਬਣ ਜਾਂਦੀ ਹੈ। ਜਿਤਨੇ ਨੀਵੇਂ ਖਿਆਲ ਅਸੀਂ ਸੋਚਦੇ ਹਾਂ, ਕਰਨਾ ਤਾਂ ਇੱਕ ਪਾਸੇ ਰਿਹਾ, ਉਹ ਖਿਆਲਾਂ ਦੀ ਰੰਗਤ ਅੰਦਰ ਜਮਾ ਹੁੰਦੀ ਹੁੰਦੀ ਸਾਡੀ ਮਾਨਸਿਕ ਆਪਾ ਬਣ ਜਾਂਦੀ ਹੈ। ਸੋ ਸਾਡੇ ਮਾਨਸਿਕ ਆਪੇ ਨੂੰ ਸਮਝ ਗੋਚਰਾ ਕਰਨ ਲਈ ਇਸ ਨੂੰ ਤਿੰਨ ਤਹਿਾਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਹੈ ਸਾਡਾ ਉੱਪਰਲਾ ਮਨ ਜਾਂ ਮੈਂ ਮੇਰੀ ਵਾਲਾ ਆਪਾ, ਜੋ ਸਾਡੇ ਰੋਜ਼ਾਨਾ ਜੀਵਨ ਵਿੱਚ ਪ੍ਰਵਿਰਤ ਹੁੰਦਾ ਹੈ, ਕਿਉਂ ਹਰ ਇੱਕ ਕਿਰਿਆ ਦੇ ਵਿਚਕਾਰ ਅਸੀਂ ਆਪਣੀ ਮੈਂ ਮੇਰੀ ਦਾ ਪ੍ਰਗਟਾਵਾ ਕਰਦੇ, ਹਉਮੈ ਦਾ ਪ੍ਰਗਟਾਵਾ ਕਰਦੇ ਹਾਂ। ਇਹ ਹੈ ਸਾਡਾ ਉੱਪਰਲਾ ਮਨ ਜਾਂ ਮੈਂ ਮੇਰੀ ਵਾਲਾ ਆਪਾ। ਦੂਸਰਾ ਹੈ ਸਾਡਾ ਮੱਧਮ ਆਪਾ, ਜੋ ਸਾਡੇ ਦੀਰਘ ਵਿਚਾਰਾਂ ਤੇ ਕਰਮਾਂ ਵਿੱਚ ਪ੍ਰਵਿਰਤ ਹੁੰਦਾ ਹੈ। ਤੇ ਤੀਸਰਾ ਹੈ ਸਾਡਾ ਅੰਤਸ਼ਕਰਣ। ਇਹ ਡੂੰਘਾ, ਅਤ ਸੂਖਮ, ਗੁੱਝਾ, ਸੰਸਾਰਕ ਆਪਾ ਸਾਡੇ ਪਿਛਲੇ ਜਨਮਾਂ ਤੇ ਕਰਮਾਂ ਦੀ ਸਮੁੱਚੀ ਰੰਗਤ ਦਾ ਨਿਚੋੜ ਅਥਵਾ ਹਵਾੜ ਹੈ ਤੇ ਇਸ ਉਤੇ ਇਸ ਜਨਮ ਦੇ ਖਿਆਲਾਂ ਤੇ ਕਰਮਾਂ ਦੀ ਰੰਗਤ ਦਾ ਪ੍ਰਤੀਬਿੰਬ ਵੀ ਨਾਲੋਂ ਨਾਲ ਪਈ ਜਾਂਦਾ ਹੈ। ਜਿਹੜਾ ਤੀਸਰਾ ਸਾਡਾ ਅੰਤਸ਼ਕਰਣ ਸੰਸਕਾਰਕ ਆਪਾ ਹੈ,
ਪਿਛਲੇ ਜਨਮਾਂ ਦੀ ਜਿਹੜੀ ਰੰਗਤ ਅਸੀਂ ਨਾਲ ਲੈ ਕੇ ਆਏ ਹਾਂ ਤੇ ਇਸ ਉਤੇ ਹੋਣ ਦੇ ਵੀ ਕਰਮਾਂ ਦਾ ਰੰਗਤ ਦਾ ਅਸਰ ਨਾਲੋਂ ਨਾਲ ਪਈ ਜਾਂਦਾ ਹੈ। ਸੋ ਸਾਡਾ ਜਿਹੜਾ ਉੱਪਰਲਾ ਤੇ ਮੱਧਮ ਮਨ ਤਾਂ ਸਤਸੰਗਤ ਦੇ ਦੈਵੀ ਅਸਰ ਹੇਠ ਬਦਲ ਸਕਦਾ ਹੈ, ਪਰ ਸਾਡੇ ਸੰਸਕਾਰਕ ਆਪੇ ਉਤੇ ਓਪਰੇ ਦਿਮਾਗੀ ਗਿਆਨ, ਧਿਆਨ ਤੇ ਸਿਆਣਪਾਂ ਦਾ ਕੋਈ ਅਸਰ ਨਹੀਂ ਹੁੰਦਾ। ਧਿਆਨ ਦੇਣਾ ਜੀ, ਜਿਹੜਾ ਉੱਪਰਲਾ ਸਾਡਾ ਮਨ ਹੈ, ਮੈਂ ਮੇਰੀ ਵਾਲਾ ਆਪਾ, ਜਾਂ ਮੱਧਮ ਆਪਾ ਹੈ, ਦੀਰਘ ਵਿਚਾਰਾਂ ਤੇ ਕਰਮਾਂ ਦਾ ਆਪਾ, ਉਹ ਤਾਂ ਸਤਸੰਗਤ ਦੇ ਦੈਵੀ ਅਸਰ ਹੇਠ ਬਦਲ ਸਕਦਾ ਹੈ, ਪਰ ਜਿਹੜਾ ਸੰਸਕਾਰਕ ਆਪਾ ਹੈ, ਪਿਛਲੇ ਜਨਮਾਂ ਦੀ ਰੰਗਤ ਜਿਹੜੀ ਨਾਲ ਲੈ ਕੇ ਆਏ ਹਾਂ, ਇਹ ਸਾਡੇ ਓਪਰੇ ਦਿਮਾਗੀ ਗਿਆਨ, ਧਿਆਨ ਤੇ ਸਿਆਣਪਾਂ ਦਾ ਇਸ ਸੰਸਕਾਰਕ ਆਪੇ ਉੱਤੇ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਦ੍ਰਿੜ ਹੋਏ ਸੰਸਕਾਰਾਂ ਦਾ ਲਿਸ਼ਕਾਰਾ ਸਾਡੇ ਜੀਵਨ ਦੇ ਹਰ ਪੱਖ ਵਿੱਚ ਅਣਜਾਣੇ ਹੀ ਅਵਸ਼ ਪੈਂਦਾ ਰਹਿੰਦਾ ਹੈ, ਜਿਸ ਨਾਲ ਇਹ ਸੰਸਕਾਰ ਸਾਡੇ ਖਿਆਲਾਂ, ਚਿਤਵਨੀ ਤੇ ਹਰਕਤਾਂ ਉੱਤੇ ਹਾਵੀ ਹੋ ਕੇ ਹੋਰ ਦ੍ਰਿੜ ਹੁੰਦੇ ਜਾਂਦੇ ਹਨ। ਸੋਚ ਲਿਆ ਕਿ ਫਲਾਣਾ ਕੰਮ ਗਲਤ ਹੈ, ਅਸੀਂ ਨਹੀਂ ਕਰਨਾ, ਪਰ ਸਾਡੇ ਸੋਚਣ ਨਾਲ ਕੀ ਹੁੰਦਾ ਹੈ, ਉਹ ਸੰਸਕਾਰਕ ਆਪਾ ਸਾਡੀ ਚਿਤਵਨੀ, ਖਿਆਲਾਂ ਉੱਤੇ ਹਾਵੀ ਹੋ ਕੇ ਉਹ ਜੇ ਕਰਮ ਸਾਨੂੰ ਕਰਾ ਬੈਠਦਾ ਹੈ ਜਿਸ ਦੀ ਰੰਗਤ ਦ੍ਰਿੜ ਹੈ, ਤੇ ਉਹ ਆਪਣੀ ਰੰਗਤ ਨੂੰ ਹੋਰ ਪਕੇਰਾ ਕਰੀ ਜਾਂਦਾ ਹੈ। ਮਿਸਾਲ ਦੇ ਤੌਰ ਤੇ ਸ਼ਰਾਬੀ ਦਾ ਆਪਾ ਸ਼ਰਾਬ ਦੇ ਔਗਣਾਂ ਦਾ ਪ੍ਰਤੀਬਿੰਬ ਬਣ ਜਾਂਦਾ ਹੈ, ਜੋ ਉਸ ਦੀ ਬੋਲਚਾਲ, ਸੋਚਣੀ, ਹਰਕਤਾਂ, ਕਰਮਾਂ ਵਿੱਚ ਸਹਿਜ ਸੁਭਾਏ ਪ੍ਰਤੱਖ ਤੌਰ ਤੇ ਜ਼ਾਹਰ ਹੁੰਦਾ ਰਹਿੰਦਾ ਹੈ। ਸੋ ਆਪਣੇ ਘਰ ਵਿੱਚ ਕੋਈ ਗੁਪਤ ਵੈਰੀ ਰਹਿੰਦਾ ਹੋਵੇ ਤਾਂ ਉਹ ਸਾਡੇ ਲਈ ਅਤਿਅੰਤ ਦੁੱਖ ਕਲੇਸ਼ ਦਾ ਕਾਰਨ ਬਣ ਸਕਦਾ ਹੈ, ਕਿਉਂਕਿ ਉਸ ਦੀਆਂ ਗੁਪਤ ਚਾਲਾਂ ਤੋਂ ਅਸੀਂ ਨਾਵਾਕਿਫ ਹੁੰਦੇ ਹਾਂ। ਇਸੇ ਤਰ੍ਹਾਂ ਸਾਡੇ ਅੰਦਰ ਆਪਣੇ ਘੜੇ ਹੋਏ ਇਹ ਗੁਪਤ ਹਉਤਾਰੀ ਖਿਆਲਾਂ ਅਥਵਾ ਸੰਸਕਾਰਾਂ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ, ਜਿਸ ਕਾਰਨ ਇਹਨਾਂ ਤੋਂ ਕੋਈ ਬਚਾਓ ਵੀ ਨਹੀਂ ਹੋ ਸਕਦਾ। ਸਾਡੇ ਆਪੂ ਸਹੇੜੇ ਹੋਏ ਇਹ ਸੰਸਕਾਰੀ ਬੰਧਨ ਅਤ ਸੂਖਮ, ਪਰਬਲ ਤੇ ਦਾਮਨਕ ਹਨ, ਜਿਨ੍ਹਾਂ ਤੋਂ ਅਸੀਂ ਬਿਲਕੁਲ ਅਣਜਾਣ ਤੇ ਅਵੇਸਲੇ ਹਾਂ, ਤੇ ਜਦ ਕਿਸੇ ਕਾਰਨ ਇਹਨਾਂ ਦਾ ਸਾਡੇ ਮਨ ਉੱਤੇ ਵਾਰ ਹੁੰਦਾ ਹੈ ਤਾਂ ਅਸੀਂ ਬੇਵਸ ਹੋ ਕੇ ਐਸੇ ਕਰਮ ਕਰ ਬੈਠਦੇ ਹਾਂ ਜਿਨ੍ਹਾਂ ਦਾ ਸਾਨੂੰ ਕਦੇ ਖਿਆਲ ਵੀ ਨਹੀਂ ਹੁੰਦਾ, ਕਿਉਂਕਿ ਇਤਨੀ ਜ਼ਬਰਦਸਤ ਦਾਮਨਕ ਰੰਗਤ ਹੈ। ਜਦੋਂ ਇਸ ਦੀ ਆਵਾਜ਼ ਨਿਕਲਦੀ ਹੈ ਮਨ ਉੱਤੇ, ਇਸ ਦਾ ਅਸਰ ਪੈਂਦਾ ਹੈ, ਤੇ ਜੀਵ ਇਹੋ ਜਿਹੇ ਕੁਕਰਮ ਕਰ ਬੈਠਦਾ ਹੈ ਜਿਸ ਦਾ ਕਦੇ ਇਸ ਨੂੰ ਖਿਆਲ ਵੀ ਨਹੀਂ ਹੁੰਦਾ। ਇਹ ਮਾਨਸਿਕ ਸੰਸਕਾਰ ਸਾਡੇ ਪਿਛਲੇ ਜਨਮਾਂ ਦੇ ਬੇਅੰਤ ਸੰਸਕਾਰਾਂ ਦਾ ਸੰਗ੍ਰਹਿ ਹੈ, ਜਿਸ ਵਿੱਚ ਜੀਵ ਬੁਰੀ ਤਰ੍ਹਾਂ ਕਰਮਬੱਧ ਹੋਇਆ ਹੈ। ਹਾਂਜੀ, ਕਿਉਂਕਿ ਜਿਹੋ ਜਿਹੇ ਸੰਸਕਾਰ ਲੈ ਕੇ ਆਏ ਹਾਂ, ਉਹਨਾਂ ਨੂੰ ਤੋੜਨਾ ਤਾਂ ਇੱਕ ਪਾਸੇ, ਉਹ ਸੰਸਕਾਰ ਉਹ ਜੇ ਕਰਮ ਕਰਾਉਂਦੇ ਹਨ, ਆਪਣੀ ਰੰਗਤ ਨੂੰ ਹੋਰ ਪਕੇਰਾ ਕਰੀ ਜਾਂਦੇ ਹਨ। ਫਿਰ ਉਹ ਜਿਹਾ ਸੰਸਕਾਰਕ ਆਪਾ ਲੈ ਕੇ ਅਗਲੇ ਜਨਮਾਂ ਵਿੱਚ ਜਾਂਦੇ ਹਾਂ, ਫਿਰ ਉਹ ਜੇ ਰੰਗਤ ਫਿਰ ਲੈ ਕੇ ਆਉਂਦੇ ਹੋਰ ਪਕੇਰਾ, ਮਤਲਬ ਹਰ ਜਨਮ ਵਿੱਚ ਉਸ ਨੂੰ ਪੱਕੇ ਤੋਂ ਪੱਕਾ ਕਰੀ ਜਾਂਦੇ ਹਾਂ। ਜੀਵ ਬੁਰੀ ਤਰ੍ਹਾਂ ਇਸ ਸੰਸਕਾਰਕ ਆਪੇ ਵਿੱਚ ਕਰਮਬੱਧ ਹੋਇਆ ਹੈ। ਰੇਸ਼ਮ ਦਾ ਕੀੜਾ, ਜਿਵੇਂ ਰੇਸ਼ਮ ਦਾ ਕੀੜਾ ਆਪਣੇ ਅੰਦਰ ਹੀ ਰੇਸ਼ਮ ਦੀਆਂ ਤਾਰਾਂ ਕੱਢ ਕੇ ਆਪਣੇ ਉਦਾਲੇ ਇੱਕ ਕੋਨ ਜਾਲ ਬਣਾ ਲੈਂਦਾ ਹੈ ਅਤੇ ਫਿਰ ਉਸੇ ਵਿੱਚ ਹੀ ਮਰ ਜਾਂਦਾ ਹੈ। ਆਪਣੇ ਵਿੱਚੋਂ ਆਪੇ ਹੀ ਤਾਰਾਂ ਕੱਢ ਕੇ ਆਪਣੇ ਦੁਆਲੇ ਆਪ ਜਾਲ ਬਣਾ ਕੇ ਆਪ ਉਸੇ ਵਿੱਚ ਮਰ ਜਾਂਦਾ ਹੈ। ਇਸੇ ਤਰ੍ਹਾਂ ਜੀਵ ਵੀ ਆਪਣੇ ਹੀ ਨੀਵੇਂ ਖਿਆਲਾਂ ਤੇ ਹੋਮੇ ਵੇੜੇ ਕਰਮਾਂ ਦੁਆਰਾ ਆਪਣੇ ਹੀ ਘੜੇ ਹੋਏ ਨੀਵੇਂ ਤੇ ਦੁਖਦਾਈ ਸੰਸਕਾਰਾਂ ਵਿੱਚ ਅਣਜਾਣੇ ਹੀ ਕਰਮਬੱਧ ਹੋ ਕੇ ਦੁੱਖ ਕਲੇਸ਼ ਭੋਗਦਾ ਰਹਿੰਦਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਾਨੂੰ ਆਪਣੀ ਇਸ ਤਰਸਯੋਗ ਅਦੋਗਤੀ ਦਾ ਅਹਿਸਾਸ ਹੀ ਨਹੀਂ। ਜਿਤਨੇ ਦੁੱਖ ਕਲੇਸ਼ ਅਸੀਂ ਭੋਗਦੇ ਹਾਂ, ਇਹ ਆਪਣੇ ਹੀ ਹੋਮੇ ਵੇੜੇ ਕਰਮ, ਸੰਸਕਾਰੀ ਆਪੇ ਦੇ ਜਿਹੜੇ ਖਿਆਲ ਆਉਂਦੇ ਹਨ, ਉਹ ਜੇ ਕਰਮ ਅਸੀਂ ਕਰਦੇ ਹਾਂ, ਉਹ ਜੇ ਖਿਆਲ ਸੋਚਦੇ ਹਾਂ, ਉਸ ਨਾਲ ਇਹ ਦੁੱਖ ਕਲੇਸ਼ ਆਉਂਦੇ ਹਨ। ਪਰ ਸਾਨੂੰ ਆਪਣੀ ਇਸ ਤਰਸਯੋਗ ਅਦੋਗਤੀ ਦਾ ਅਹਿਸਾਸ ਨਹੀਂ। ਗੁਰਬਾਣੀ ਇਸ ਅਦੋਗਤੀ ਨੂੰ ਇਉਂ ਦਰਸਾਉਂਦੀ ਹੈ, ਬਿਨ ਬੂਝੇ ਕਰਮ ਕਮਾਵਣੇ, ਜਨਮ ਪਦਾਰਥ ਖੋਏ, ਮਨ ਹਟ ਕਰਮ ਕਮਾਉਂਦੇ, ਨਿਤ ਨਿਤ ਹੋਏ ਖੁਆਰ, ਨਾਮ ਤਿਆਗ ਕਰੇ ਅਨਕਾਜ, ਬਿਨਸ ਜਾਏ ਝੂਠੇ ਸਭ ਪਾਜ, ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰ ਤੋ ਨਰਕ ਜਾਵੇ। ਇੱਕ ਤਰ੍ਹਾਂ ਦੇ ਨਹੀਂ, ਕਰੋੜਾਂ ਤਰ੍ਹਾਂ ਦੇ ਇਨਸਾਨ ਕਰਮ ਕਰਕੇ ਵੀ ਨਰਕ ਵਿੱਚ ਜਾਂਦਾ ਹੈ। ਕਦੋਂ?
जदों नाम संग मन प्रीत ना लावे, कोट कर्म कर तो नरक जावे। कर्म धर्म सब बंधना, कर्म धर्म सब बंधना, पाप पुन संबंध। ए मन तंदे बांधा कर्म कमाए, माया मूठा सदा बिलाए। ਇਹ ਸੰਸਕਾਰ ਅਸੀਂ ਆਪਣੇ ਮਾੜੇ ਜਾਂ ਚੰਗੇ ਖਿਆਲਾਂ ਦੇ ਅਭਿਆਸ ਨਾਲ ਆਪੂ ਕੱਢਦੇ ਹਾਂ, ਕਿਤੇ ਬਾਹਰੋਂ ਸੰਸਕਾਰ ਨਹੀਂ ਆਏ। ਜਦੋਂ ਮਾੜੇ ਖਿਆਲ ਸੋਚੇ ਬਾਰ-ਬਾਰ, ਮਾੜੇ ਸੰਸਕਾਰ ਬਣਾ ਲਏ ਚੰਗੇ ਖਿਆਲਾਂ ਨਾਲ ਚੰਗੇ। ਸੋ ਸੰਸਾਰ ਵਿੱਚ ਮੁਜਰਮਾਂ ਲਈ ਜੇਲਾਂ ਬਣੀਆਂ ਹੋਈਆਂ ਹਨ। ਇਹਨਾਂ ਜੇਲਾਂ ਦੇ ਅੰਦਰ ਕਈ ਵੱਡੇ ਵੱਡੇ ਹਾਤੇ ਹੁੰਦੇ ਹਨ। ਇਹਨਾਂ ਵੱਡਿਆਂ ਹਾਤਿਆਂ ਦੇ ਅੰਦਰ ਹੋਰ ਛੋਟੇ ਛੋਟੇ ਹਾਤੇ ਹੁੰਦੇ ਹਨ। ਇਹਨਾਂ ਹਾਤਿਆਂ ਵਿੱਚ ਕੈਦੀਆਂ ਦੇ ਜੁਰਮਾਂ ਅਨੁਸਾਰ ਮੁਜਰਮਾਂ ਨੂੰ ਡਕਿਆ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਕਾਲ ਕੋਠੜੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਖਤਰਨਾਕ ਕੈਦੀਆਂ ਨੂੰ ਡਕਿਆ ਜਾਂਦਾ ਹੈ। ਇਹਨਾਂ ਕਾਲ ਕੋਠੜੀਆਂ ਦੀ ਸਜ਼ਾ ਅਤਿਅੰਤ ਦੁਖਦਾਈ ਹੁੰਦੀ ਹੈ, ਕਿਉਂਕਿ ਇਹਨਾਂ ਕਾਲ ਕੋਠੜੀਆਂ ਦੀ ਇਕੱਲ ਅਸਹਿ ਹੁੰਦੀ ਹੈ। ਇਹਨਾਂ ਕਾਲ ਕੋਠੜੀਆਂ ਦਾ ਛੁਟਕਾਰਾ ਫਾਂਸੀ ਦੁਆਰਾ ਹੀ ਹੁੰਦਾ ਹੈ। ਐਨ ਇਸੇ ਤਰ੍ਹਾਂ ਸਾਡਾ ਇਹ ਮਾਨਸਿਕ ਮੰਡਲ ਹੀ ਇੱਕ ਵੱਡੀ ਜੇਲ੍ਹ ਜਾਂ ਕੈਦਖਾਨਾ ਹੈ, ਜਿਸ ਦੀ ਬਾਹਰਲੀ ਕੰਧ ਹਉਮੈ ਅਥਵਾ ਮੈਂ ਮੇਰੀ ਦੀ ਬਣੀ ਹੋਈ ਹੈ, ਜਿਸ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਆਦਿ ਦੀਆਂ ਅਨੇਕਾਂ ਸੂਖਮ ਨੀਵੀਆਂ ਵਾਸ਼ਨਾਵਾਂ ਦੇ ਹਾਤੇ ਹੁੰਦੇ ਹਨ, ਜਿਨ੍ਹਾਂ ਦੇ ਬੰਧਨਾਂ ਵਿੱਚ ਜੀਵ ਫਸਿਆ ਰਹਿੰਦਾ ਹੈ। ਧਿਆਨ ਦੇਣਾ ਜੀ, ਇਹ ਜਿਹੜਾ ਅੰਦਰਲਾ ਸਾਡਾ ਫੁਰਨਿਆਂ ਵਾਲਾ ਇਹ ਮਾਨਸਿਕ ਮੰਡਲ ਹੈ, ਇਹ ਇੱਕ ਬਹੁਤ ਵੱਡਾ ਕੈਦਖਾਨਾ ਹੈ। ਤੇ ਇਸ ਦੀ ਦੀਵਾਰ ਕਿਸ ਚੀਜ਼ ਦੀ ਬਣੀ ਹੋਈ ਹੈ? ਹਉਮੈ ਅਤੇ ਮੈਂ ਮੇਰੀ। ਕੋਈ ਇਸ ਮੈਂ ਮੇਰੀ ਤੇ ਹਉਮੈ ਨੂੰ ਤੋੜ ਕੇ ਇਸ ਕੈਦ ਵਿੱਚੋਂ ਬਾਹਰ ਆ ਨਹੀਂ ਸਕਦਾ। ਤੇ ਇਸ ਦੇ ਅੰਦਰ ਕਈ ਹਾਤੇ ਵੀ ਹਨ, ਕਿਉਂ ਜੇ ਵਾਸ਼ਨਾਵਾਂ ਦੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿ। ਕਾਮ ਕ੍ਰੋਧ ਲੋਭ ਮੋਹ ਬਾਧਾ, ਮਹਾ ਗਰਤ ਮੈਂ ਨਿਗਰਤ ਜਾਦਾ। ਸੋ ਹਉਮੈ ਦਾ ਵੇੜਿਆ ਹੋਇਆ ਇਹ ਜੀਵ ਕਈ ਜਨਮਾਂ ਤੋਂ ਇਸ ਹਉਮੈ ਪੀਤ ਕਰਾਰੀ ਵਿੱਚ ਕੈਦ ਭੁਗਤਦਾ ਆਉਂਦਾ ਹੈ। ਨੀਵੀਆਂ ਵਾਸ਼ਨਾਵਾਂ ਕਾਮ ਕ੍ਰੋਧ ਲੋਭ ਮੋਹ ਦੇ ਅਧੀਨ ਕਰਮ ਕਰਦਾ ਹੋਇਆ ਕਦੀ ਕਿਸੇ ਵਾਸ਼ਨਾਵੀ ਹਾਤੇ ਅਥਵਾ ਮਾਨਸਿਕ ਬੰਧਨ ਵਿੱਚ ਜਕੜਿਆ ਰਹਿੰਦਾ ਹੈ ਤੇ ਦੁੱਖ ਭੋਗਦਾ ਹੈ। ਹਾਂਜੀ, ਆਪਣੀ ਮਾਨਸਿਕ ਮੰਡਲ ਵਿੱਚ ਹਉਮੈ ਪੀਤ ਕਰਾਰੀ ਭੋਗਦਾ ਇਹ ਜੀਵ ਕਦੀ ਕਾਮ ਦੇ ਹਾਤੇ ਵਿੱਚ ਆਉਂਦਾ ਹੈ, ਕਦੀ ਇਸ ਨੂੰ ਕਾਮ ਪਰਬਲ ਹੁੰਦਾ ਹੈ, ਕਦੀ ਕ੍ਰੋਧ ਪਰਬਲ ਹੁੰਦਾ ਹੈ, ਕਦੀ ਲੋਭ, ਕਦੀ ਮੋਹ। ਸੋ ਕਦੇ ਕਿਸੇ ਕੋਠੜੀ ਵਿੱਚ, ਕਦੀ ਲੋਭ ਦੀ ਕੋਠੜੀ ਵਿੱਚ, ਕਦੀ ਕ੍ਰੋਧ ਦੀ ਕੋਠੜੀ ਵਿੱਚ। ਇਸ ਤਰ੍ਹਾਂ ਇਹ ਮਾਨਸਿਕ ਬੰਧਨ ਵਿੱਚ ਜਕੜਿਆ ਰਹਿੰਦਾ ਹੈ ਤੇ ਦੁੱਖ ਭੋਗਦਾ ਹੈ। ਹਸਤੀ ਘੋੜੇ ਦੇਖ ਵਿਗਾਸਾ, ਲਸ਼ਕਰ ਜੋੜੇ ਨੇਬ ਖਵਾਸਾ। ਗਲ ਜੇਵੜੀ ਹਉਮੈ ਕੇ ਫਾਸਾ। बांध्यो आपन हूं हूं बंदा, दोष दे आगे को अंधा। हों मैं एहा जात है, हों मैं कर्म कमाए, हों मैं एही बंधना फिर जो नहीं पाए। कर अहंकार होए वर्तै अंध, जम की जेवड़ी तू आगे बंद। मेरी मेरी धार बंधन बंदिया, नरक सुरग अवतार माया तंदिया। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਹੁਣੇ ਪੜ੍ਹਿਆ ਕਿ ਕਈ ਜਨਮਾਂ ਤੋਂ ਅਸੀਂ ਇਹੋ ਜਿਹੇ ਬੰਧਨਾਂ ਵਿੱਚ ਕੈਦ ਭੁਗਤਦੇ ਆਏ ਹਾਂ, ਆਜ਼ਾਦੀ ਦਾ ਮੂੰਹ ਨਹੀਂ ਦੇਖਿਆ, ਪਰ ਸਾਨੂੰ ਅਹਿਸਾਸ ਕਿਉਂ ਨਹੀਂ ਹੋਇਆ? ਜੇਕਰ ਮੁਜਰਮ ਜ਼ਨਾਨੀ ਨੂੰ ਕੈਦ ਵਿੱਚ ਬੱਚਾ ਜੰਮੇ ਤਾਂ ਉਹ ਬੱਚਾ ਜੇਲ੍ਹ ਦੇ ਬੰਧਨਾਂ ਦੇ ਮਾਹੌਲ ਵਿੱਚ ਹੀ ਪਲਦਾ ਤੇ ਵੱਡਾ ਹੁੰਦਾ ਹੈ ਤੇ ਉਹ ਜੇਲ੍ਹ ਦੇ ਬੰਧਨਾਂ ਦੇ ਵਾਤਾਵਰਣ ਦਾ ਆਦੀ ਹੋ ਜਾਂਦਾ ਹੈ ਤੇ ਇਸੇ ਵਿੱਚ ਹੀ ਇਤਨਾ ਹੰਡ ਜਾਂਦਾ ਹੈ ਕਿ ਬੰਧਨ ਵਾਲਾ ਮਾਹੌਲ ਹੀ ਉਸ ਦਾ ਜੀਵਨ ਬਣ ਜਾਂਦਾ ਹੈ। ਉਹ ਇਸ ਦ੍ਰਿੜ ਹੋਏ ਬੰਧਕ ਜੀਵਨ ਅਥਵਾ ਕੈਦੀ ਜੀਵਨ ਤੋਂ ਇਲਾਵਾ ਹੋਰ ਕਿਸੇ ਉਚੇਰੇ ਚੰਗੇਰੇ ਆਜ਼ਾਦ ਜੀਵਨ ਤੋਂ ਅਣਜਾਣ ਹੁੰਦਾ ਹੈ। ਇਸੇ ਤਰ੍ਹਾਂ ਜੀਵ ਜਨਮਾਂ ਜਨਮਾਂਤਰਾਂ ਤੋਂ ਮਾਨਸਿਕ ਤੌਰ ਤੇ ਹਉਮੈ ਅਥਵਾ ਮੈਂ ਮੇਰੀ ਦੇ ਬੰਧਨਾਂ ਵਿੱਚ ਜਕੜਿਆ ਹੁੰਦਾ ਹੈ। ਅਸੀਂ ਇਸ ਮਾਇਕੀ ਬੰਧਨ ਵਿੱਚ ਇਤਨੇ ਹੰਡ ਗਏ ਹਾਂ ਜਾਂ ਆਦੀ ਹੋ ਗਏ ਹਾਂ ਕਿ ਸਾਨੂੰ ਆਪਣੇ ਬੰਧਨਾਂ ਦੀ ਕੈਦ ਦਾ ਅਹਿਸਾਸ ਹੀ ਨਹੀਂ। ਧਿਆਨ ਦੇਣਾ ਜੀ, ਹੁਣ ਬੱਚਾ ਜੰਮਿਆ ਹੀ ਜੇਲ੍ਹ ਵਿੱਚ, ਵੱਡਾ ਉੱਥੇ ਹੋਇਆ, ਪਲਿਆ ਉੱਥੇ, ਖਾਦਾ ਪੀਤਾ ਉੱਥੇ, ਤਾਂ ਉਹਨੂੰ ਕੀ ਪਤਾ ਆਜ਼ਾਦੀ ਕੀ ਸ਼ੈ ਹੁੰਦੀ ਹੈ। ਇਸ ਤਰ੍ਹਾਂ ਜੀਵ ਚੂੰਕਿ ਮੈਂ ਮੇਰੀ ਤੇ ਹਉਮੈ ਦੇ ਬੰਧਨਾਂ ਵਿੱਚ ਜਨਮਾਂ ਤੋਂ ਜਕੜਿਆ ਆ ਰਿਹਾ ਹੈ,
ਅਨੁਭਵੀ ਪ੍ਰਕਾਸ਼ ਵਾਲੀ ਖੁੱਲੀ ਆਜ਼ਾਦੀ ਦਾ ਇਸ ਨੂੰ ਅਹਿਸਾਸ ਨਹੀਂ ਰਿਹਾ, ਬੰਧਨਾਂ ਦੇ ਮਾਹੌਲ ਵਿੱਚ ਹੰਡ ਗਿਆ ਹੈ। ਉਂਝ ਅਸੀਂ ਮਾਇਕੀ ਬੰਧਨਾਂ ਤੋਂ ਅਤ ਦੁਖੀ ਹੋ ਕੇ ਹਾਏ ਬੋ ਵੀ ਕਰੀ ਜਾਂਦੇ ਹਾਂ, ਪਰ ਫਿਰ ਵੀ ਢੀਠ ਹੋ ਕੇ ਨਰਕਮਈ ਜੀਵਨ ਭੋਗਣਾ ਇਹ ਆਪਣੀ ਸਿਆਣਪ ਸਮਝੀ ਬੈਠੇ ਹਾਂ। ਅੱਜ ਕੱਲ ਮਜ਼ਹਬਾਂ ਦੇ ਕਈ ਫਿਰਕੇ ਬਣ ਗਏ ਹਨ ਤੇ ਇਹਨਾਂ ਦਾ ਪ੍ਰਚਾਰ ਵੀ ਬੇਅੰਤ ਹੋ ਰਿਹਾ ਹੈ। ਕਈ ਕਿਸਮ ਦੇ ਧਾਰਮਿਕ ਸਮਾਗਮ, ਯੋਗ ਸਾਧਨਾ, ਜਗਰਾਤੇ, ਸਮਾਧੀ, ਅਖਾੜੇ ਤੇ ਸਟੱਡੀ ਸਰਕਲਾਂ ਦੁਆਰਾ ਬੇਅੰਤ ਧਾਰਮਿਕ ਪ੍ਰਚਾਰ ਹੋ ਰਿਹਾ ਹੈ, ਜਿਸ ਵਿੱਚ ਹਉਮੈ ਤੇ ਮੈਂ ਮੇਰੀ ਦੇ ਬੰਧਨਾਂ ਦੀ ਬਾਬਤ ਵਿਚਾਰ ਹੁੰਦੇ ਹਨ। ਪਰ ਇਹ ਸਭ ਪ੍ਰਚਾਰ ਨਿਸ਼ਫਲ ਜਾਂਦਾ ਹੈ, ਕਿਉਂਕਿ ਸਾਡੇ ਅੰਤਸ਼ਕਰਨ ਵਿੱਚ ਇਹ ਹਉਮੈ ਤੇ ਮੈਂ ਮੇਰੀ ਇਤਨੀ ਦ੍ਰਿੜ ਹੋ ਚੁੱਕੀ ਹੈ ਕਿ ਸਾਨੂੰ ਬਾਹਰਲੇ ਕਿਸੇ ਕਿਸਮ ਦਾ ਪ੍ਰਚਾਰ ਪਾਉਂਦਾ ਹੀ ਨਹੀਂ, ਜਾਂ ਉਪਰੇ ਮਨ ਨਾਲ ਹੂੰ ਹਾਂ ਕਰ ਛੱਡਦੇ ਹਾਂ, ਸਮਝਣ ਜਾਂ ਮਾਨਣ ਦੀ ਲੋੜ ਹੀ ਨਹੀਂ ਪਾਸਦੀ। ਕੌਣ ਆਪਣੇ ਹਉਮੈ ਨੂੰ ਤਿਆਗਣ ਨੂੰ ਤਿਆਰ ਹੈ? ਕਿਸੇ ਦੇ ਖਿਲਾਫ ਕੋਈ ਗੱਲ ਕਹੋ, ਇੱਕਦਮ ਹੀ ਅੰਦਰੋਂ ਔਖਾ ਹੁੰਦਾ ਹੈ, ਫਿਰ ਕੋਸ਼ਿਸ਼ ਕਰਦਾ ਹੈ ਕਿ ਆਪਣੀ ਗੱਲ ਪੂਰੀ ਕਰੇ। ਸੋ ਇਹ ਬਾਹਰਲੇ ਹਉਮੈ ਤੇ ਮੈਂ ਮੇਰੀ ਦੀ ਬਾਬਤ ਜੋ ਪ੍ਰਚਾਰ ਹੁੰਦਾ ਹੈ, ਕਿਸੇ ਕਿਸਮ ਦਾ ਪ੍ਰਚਾਰ ਸਾਨੂੰ ਪਾਉਂਦਾ ਹੀ ਨਹੀਂ, ਜਾਂ ਉਪਰੇ ਮਨ ਨਾਲ ਸੁਣ ਕੇ ਹੂੰ ਹਾਂ ਕਰ ਛੱਡਦੇ ਹਾਂ, ਸਮਝਣ ਜਾਂ ਮਾਨਣ ਦੀ ਲੋੜ ਹੀ ਨਹੀਂ ਪਾਸਦੀ। ਗੁਰਬਾਣੀ ਸਾਨੂੰ ਇਹਨਾਂ ਮਾਨਸਿਕ ਬੰਧਨਾਂ ਬਾਬਤ ਇਉਂ ਤਾੜਨਾ ਕਰਦੀ ਹੈ। ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ, ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕਨਿਆ ਅਰਨਾਰ, ਬੰਧਨ ਕਰਮ ਧਰਮ ਹਉ ਕੀਆ, ਬੰਧਨ ਪੁੱਤਰ ਕਲਤਰ ਮਨ ਬੀਆ, ਬੰਧਨ ਕਿਰਖੀ ਕਰੈ ਕਿਰਸਾਨ, ਹਉਮੈ ਡੰਸ ਹੈ ਰਾਜਾ ਮੰਗੈ ਦਾਨ, ਬੰਧਨ ਸੌਦਾ ਅਣਵਿਚਾਰੀ, ਤਿਪਤ ਨਾਈ ਮਾਇਆ ਮੋਹ ਪਸਾਰੀ, ਬੰਧਨ ਸ਼ਾਹ ਸੰਚੈ ਤਨ ਜਾਏ, ਬਿਨ ਹਰ ਭਗਤ ਨਾ ਪਾਵਈ ਥਾਏ, ਬੰਧਨ ਬੇਦ ਬਾਦ ਅਹੰਕਾਰ, ਬੰਧਨ ਬਿਨਸੈ ਮੋਹ ਵਿਕਾਰ, ਫਫੈ ਫਾਈ ਸਭ ਜਗ ਫਾਸਾ, ਜਮ ਕੈ ਸਗਲ ਬੰਧ ਲਿਆ, ਮਨ ਜੰਜਾਲੀ ਵੇੜਿਆ, ਪੀ ਜੰਜਾਲਾ ਮਾਹੇ, ਉਪਜੈ ਬਿਨਸੈ ਬੰਧਨ ਬੰਧੇ, ਹਉਮੈ ਮਾਇਆ ਕੇ ਗਲ ਫੰਦੇ, ਮਨਮੁਖ ਫਿਰੈ ਸਦਾ ਅੰਧ ਕਮਾਵੇ, ਜਮ ਕਾ ਜੇਵੜਾ ਗਲ ਫਾਹਾ ਹੈ, ਮਿਥਿਆ ਤਨ ਸਾਚੋ ਕਰ ਮਾਨਿਓ, ਇਹ ਬਿਦ ਆਪ ਬੰਦਾਵੇ, ਮਿਥਿਆ ਤਨ ਸਾਚੋ ਕਰ ਮਾਨਿਓ, ਇਹ ਬਿਦ ਆਪ ਬੰਦਾਵੇ। ਸੋ ਬੇਅੰਤ ਪਾਠ ਪੂਜਾ ਕਰਦਿਆਂ ਹੋਇਆਂ, ਬੇਅੰਤ ਕਰਮ ਕਾਂਡ ਕਰਦਿਆਂ ਹੋਇਆਂ, ਕਿਤਨੇ ਜਫਰ ਜਾਲਦੇ ਹਨ ਲੋਕ, ਆਪਣਾ ਆਪਾ ਤੱਕ ਵਾਰਦੇ ਹਨ। ਬੇਅੰਤ ਕਰਮ ਕਾਂਡ ਕਰਦਿਆਂ ਹੋਇਆਂ, ਯੋਗ ਸਾਧਨਾ ਕਰਦਿਆਂ ਹੋਇਆਂ, ਗਿਆਨ ਗੋਸ਼ਟੀਆਂ ਕਰਦਿਆਂ ਹੋਇਆਂ, ਫਿਲਾਸਫੀ ਘੋੜਦਿਆਂ ਹੋਇਆਂ, ਉੱਚੀ ਵਿਦਿਆ ਪੜ੍ਹਦਿਆਂ ਹੋਇਆਂ, ਨਵੀਨ ਵਿਗਿਆਨਕ ਕਾਢਾਂ ਕੱਢਦਿਆਂ ਹੋਇਆਂ, ਭਲੇ ਭਲੇਰੇ ਬਣਦਿਆਂ ਹੋਇਆਂ ਤੇ ਧਾਰਮਿਕ ਡੇਰੇ ਚਲਾਉਂਦਿਆਂ ਹੋਇਆਂ ਵੀ ਸਾਨੂੰ ਇਹਨਾਂ ਮਾਨਸਿਕ ਬੰਧਨਾਂ ਦਾ ਅਨੁਭਵ ਨਹੀਂ ਹੋ ਸਕਿਆ ਤੇ ਇਹਨਾਂ ਬੰਧਨਾਂ ਤੋਂ ਛੁਟਕਾਰਾ ਕਰਨ ਦੀ ਲੋੜ ਵੀ ਨਹੀਂ ਪਾਸਦੀ। ਗਿਆਨ ਧਿਆਨ ਸਭ ਕੋਈ ਰਵੈ, ਬਾਂਧਨ ਬਾਂਧਿਆ ਸਭ ਜਗ ਪਵੇ। ਜਿਸ ਤਰ੍ਹਾਂ ਸੂਦ ਦਰ ਸੂਦ ਨਾਲ ਕਰਜ਼ਾ ਵੱਧਦਾ ਹੀ ਜਾਂਦਾ ਹੈ, ਘਟਦਾ ਨਹੀਂ, ਇਸੇ ਤਰ੍ਹਾਂ ਜਨਮਾਂ ਜਨਮਾਂ ਤੋਂ ਪਏ ਹੋਏ ਮਾਨਸਿਕ ਬੰਧਨਾਂ ਦੇ ਜ਼ੰਜੀਰ ਸਾਡੇ ਅੰਤਸ਼ਕਰਨ ਵਿੱਚ ਖਿੰਨ ਖਿੰਨ ਵੱਧਦੇ ਹੀ ਜਾਂਦੇ ਹਨ। ਕਿਉਂਕਿ ਪਿੱਛੇ ਪੜਿਆ ਕਿ ਅੰਤਸ਼ਕਰਨ ਦੀ ਰੰਗਤ ਨੂੰ ਹਰ ਜਨਮ ਵਿੱਚ ਹੋਰ ਪਕੇਰਾ ਕਰੀ ਜਾਂਦੇ ਹਾਂ, ਉਸ ਨੂੰ ਤਿਆਗਦੇ ਨਹੀਂ। ਸੋ ਸਾਡੇ ਅੰਦਰ ਇਹ ਮਾਨਸਿਕ ਬੰਧਨਾਂ ਦੇ ਜ਼ੰਜੀਰ ਅੰਤਸ਼ਕਰਨ ਵਿੱਚ ਖਿੰਨ ਖਿੰਨ ਵੱਧਦੇ ਹੀ ਜਾਂਦੇ ਹਨ, ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਅਥਵਾ ਅਹਿਸਾਸ ਹੀ ਨਹੀਂ ਹੁੰਦਾ। ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ, ਮਮਤਾ ਮੋਹ ਸੋ ਬੰਧਨਾ, ਪੁੱਤਰ ਕਲਤਰ ਸੋ ਤੰਦ, ਜੈ ਦੇਖਾਂ ਤੈਂ ਜੇਵਰੀ ਮਾਇਆ ਕਾ ਸੰਬੰਧ। ਹਉਮੈ ਵਿੱਚ ਜੀਉ ਬੰਧ ਹੈ, ਨਾਮ ਨਾ ਵਸੈ ਮਨ ਆਏ, ਨਾਨਕ ਔਗਣ ਜੇਤੜੇ ਤੇ ਤੇ ਗਲੀ ਜੰਜੀਰ। ਨਾਨਕ ਔਗਣ ਜੇਤੜੇ ਤੇ ਤੇ ਗਲੀ ਜੰਜੀਰ, ਜੋ ਜੋ ਕਰਮ ਕੀਓ ਲਾਲਚ ਲਗ, ਤਹ ਤਹ ਆਪ ਬੰਦਾਇਓ। ਅਨਕ ਭਾਂਤ ਕੀ ਏਕੈ ਜਾਲੀ,
ਤਾਂ ਕੀ ਗੰਠ ਨਹੀਂ ਛੋੜਾਏ। ਸੋ ਜਦ ਜੀਵ ਦੀ ਹਉਮੈ ਅਤ ਤੀਬਰ ਤੇ ਸਬਲ ਹੋ ਜਾਂਦੀ ਹੈ ਤਾਂ ਉਹ ਵੈਸ਼ੀਆਂ ਵਾਂਗ ਇਸ ਵਿੱਚ ਖਚਤ ਹੋ ਕੇ ਪਸ਼ੂ ਬਿਰਤੀ ਧਾਰ ਲੈਂਦਾ ਹੈ। ਧਿਆਨ ਦੇਣਾ ਜੀ, ਉਂਝ ਤਾਂ ਜੀਵ ਹਮੇਸ਼ਾ ਕੋਸ਼ਿਸ਼ ਕਰਦਾ ਆਪਣੀ ਮੈਂ ਮੇਰੀ ਦੀ ਪੂਰਤੀ ਲਈ, ਆਪਣੀ ਹਉਮੈ ਨੂੰ ਬਰਕਰਾਰ ਰੱਖਣ ਲਈ। ਪਰ ਜਦੋਂ ਹਉਮੈ ਬਹੁਤ ਜ਼ਿਆਦਾ ਆਫਰ ਜਾਂਦੀ ਹੈ ਕਿਸੇ ਕਿਸੇ ਜੀਵ ਦੀ, ਤਾਂ ਉਹ ਪਸ਼ੂ ਬਿਰਤੀ ਧਾਰ ਲੈਂਦਾ, ਫਿਰ ਕਿਸੇ ਦੀ ਪਰਵਾਹ ਨਹੀਂ ਕਰਦਾ। ਕਿਸੇ ਨੂੰ ਦੁੱਖ ਹੁੰਦਾ ਹੈ, ਕਿਸੇ ਨੂੰ ਤਕਲੀਫ ਹੋਵੇ, ਕੋਈ ਪਰਵਾਹ ਨਹੀਂ। ਕਰਤੂਤ ਪਸ਼ੂ ਕੀ ਮਾਨਸ ਜਾਤ। ਫਿਰ ਐਸੇ ਜੀਵ ਆਪੂ ਕੜੀ ਹੋਈ ਹਉਮੈ ਦੀ ਕਾਲ ਕੋਠੜੀ ਦੀ ਡਰਾਵਣੀ ਇਕੱਲ ਵਿੱਚ ਨਰਕਮਈ ਜੀਵਨ ਭੋਗਦੇ ਹਨ ਤੇ ਸਮਾਂ ਪਾ ਕੇ ਭੂਤਾਂ ਪ੍ਰੇਤਾਂ ਦੀ ਬਹੁਤ ਲੰਮੇਰੀ ਤੇ ਡਰਾਵਣੀ ਜੂਨ ਧਾਰ ਕੇ ਘੋਰ ਨਰਕ ਭੋਗਦੇ ਹਨ। ਧਿਆਨ ਦੇਣਾ ਜੀ, ਇਹ ਹਕੀਕਤ ਹੈ, ਕਿਉਂਕਿ ਮਹਾਂਪੁਰਖਾਂ ਦੇ ਜਿਹੜੇ ਬਚਨ ਹੁੰਦੇ ਹਨ, ਗੁਰਬਾਣੀ ਅਨੁਸਾਰ ਅਨੁਭਵੀ ਬਚਨ ਹੁੰਦੇ ਹਨ, ਅਟਲ ਹਨ। ਹੁਣ ਤਾਂ ਅਸੀਂ ਆਪਣੀ ਮੈਂ ਮੇਰੀ ਨੂੰ ਪੂਰਤੀ ਕਰਦੇ ਹਾਂ, ਆਪਣੀ ਹਉਮੈ ਨੂੰ ਪੱਠੇ ਪਵਾ ਲੈਂਦੇ ਹਾਂ ਤੇ ਬੜੇ ਖੁਸ਼ ਹੁੰਦੇ ਹਾਂ, ਠੰਡ ਜੀ ਮਹਿਸੂਸ ਹੁੰਦੀ ਹੈ ਜਦੋਂ ਸਾਡੀ ਗੱਲ ਪੂਰੀ ਹੋਵੇ। ਪਰ ਹਉਮੈ ਦੇ ਅਭਿਆਸ ਨਾਲ ਹੁੰਦਾ ਕੀ ਹੈ ਕਿ ਐਸੇ ਜੀਵ ਆਪੂ ਕੜੀ ਹੋਈ ਹਉਮੈ ਦੀ ਕਾਲ ਕੋਠੜੀ ਦੀ ਡਰਾਵਣੀ ਕਲ ਵਿੱਚ ਨਰਕਮਈ ਜੀਵਨ ਭੋਗਦੇ ਹਨ ਤੇ ਸਮਾਂ ਪਾ ਕੇ ਭੂਤਾਂ ਪ੍ਰੇਤਾਂ ਦੀ ਬਹੁਤ ਲੰਮੇਰੀ ਤੇ ਡਰਾਵਣੀ ਜੂਨ ਧਾਰ ਕੇ ਘੋਰ ਨਰਕ ਭੋਗਦੇ ਹਨ। ਜੇਕਰ ਅਸੀਂ ਕੋਈ ਧਾਰਮਿਕ ਕਰਮਕਾਂਡ, ਪਾਠ ਪੂਜਾ, ਜੋਗ ਸਾਧਨਾ ਤੇ ਨੇਕੀਆਂ ਆਦਿ ਵੀ ਕਰਦੇ ਹਾਂ ਤਾਂ ਉਹ ਵੀ ਹਉਮੈ ਵਿੱਚ ਕੀਤੇ ਜਾਂਦੇ ਹਨ। ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਦੱਸਦੀਆਂ ਹਨ ਕਿ ਹਉਮੈ ਵਿੱਚ ਕੀਤੇ ਹੋਏ ਕਰਮਕਾਂਡ ਇਹਨਾਂ ਮਾਨਸਿਕ ਬੰਧਨਾਂ ਦੀ ਕੈਦ ਤੋਂ ਛੁਟਕਾਰਾ ਨਹੀਂ ਕਰਾ ਸਕਦੇ, ਕਿਉਂਕਿ ਹਉਮੈ ਹੀ ਤਾਂ ਬੰਧਨ ਦਾ ਮੂਲ ਕਾਰਨ ਹੈ। ਸੋ ਹਉਮੈ ਵਿੱਚ ਕੀਤੇ ਧਾਰਮਿਕ ਕਰਮਕਾਂਡ, ਇਹ ਸਾਡੀਆਂ ਨੇਕੀਆਂ, ਇਹ ਮਾਨਸਿਕ ਬੰਧਨਾਂ ਤੋਂ ਕਿਵੇਂ ਸਾਨੂੰ ਆਜ਼ਾਦ ਕਰਾ ਸਕਦੀਆਂ? ਨਹੀਂ ਕਰਾ ਸਕਦੀਆਂ। ਅਨਕ ਜਤਨ ਨਹੀਂ ਹੋ ਛੁਟਾਰਾ, ਬਹੁਤ ਸਿਆਣਪ ਆਗਲ ਪਾਰਾ। ਹਉ ਹਉ ਕਰਤੇ ਕਰਮ ਰਤ ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉ ਤਉ ਏਉ ਕਰਮ ਬਿਕਾਰ। ਬਿਨ ਗੁਰ ਸ਼ਬਦ ਨਾ ਛੂਟਸ ਕੋਏ, ਪਾਖੰਡ ਕੀਨੇ ਮੁਕਤ ਨਾ ਹੋਏ। ਜਾਣੇ ਜਾਣ ਨੂੰ ਕੌਣ ਕਿੱਥੇ ਧੋਖਾ ਦੇ ਸਕਦਾ ਹੈ। ਬਿਨ ਗੁਰ ਸ਼ਬਦ ਨਾ ਛੂਟਸ ਕੋਏ, ਪਾਖੰਡ ਕੀਨੇ ਮੁਕਤ ਨਾ ਹੋਏ। ਹਉਮੈ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁਝਿਆ ਜਾਏ। ਹਉਮੈ ਵਿੱਚ ਜੀਉ ਬੰਦ ਹੈ, ਨਾਮ ਨਾ ਵਸੈ ਮਨ ਆਏ। ਗਿਆਨ ਧਿਆਨ ਸਿਮਰਨ ਸਹਿੰਸ। ਧਿਆਨ ਦੇਣਾ ਜੀ, ਗਿਆਨ ਧਿਆਨ ਸਿਮਰਨ ਸਹਿੰਸ ਲਖ ਪਤ ਵਡਿਆਈ। ਹਉਮੈ ਅੰਦਰ ਵਰਤਣਾ ਦਰ ਥਾਏ ਨਾ ਪਾਈ। ਹਉਮੈ ਅੰਦਰ ਵਰਤਣਾ ਦਰ ਥਾਏ ਨਾ ਪਾਈ। ਸੋ ਕਿਸੇ ਬਿਮਾਰੀ ਦੇ ਇਲਾਜ ਲਈ ਪਹਿਲਾਂ ਬਿਮਾਰੀ ਦੀ ਸੋਝੀ ਤੇ ਸ਼ਨਾਖਤ ਹੋਣੀ ਜ਼ਰੂਰੀ ਹੈ। ਸਹੀ ਸ਼ਨਾਖਤ ਅਥਵਾ ਪੜਚੋਲ ਤੋਂ ਬਗੈਰ ਬਿਮਾਰੀ ਦਾ ਇਲਾਜ ਨਹੀਂ ਹੋ ਸਕਦਾ ਜਾਂ ਗਲਤ ਹੋ ਸਕਦਾ ਹੈ। ਹੁਣ ਪਤਾ ਹੀ ਨਹੀਂ ਬਿਮਾਰੀ ਕੀ ਹੈ, ਇਸ ਦਾ ਮੂਲ ਕਾਰਨ ਕੀ ਹੈ, ਤਾਂ ਫਿਰ ਉਹ ਜਿਹੜਾ ਇਲਾਜ ਕਰਾਂਗੇ ਮੂਲ ਕਾਰਨ ਹੀ ਨਹੀਂ ਪਤਾ, ਤਾਂ ਫਿਰ ਉਹ ਬਿਮਾਰੀ ਜੜੋਂ ਤਾਂ ਨਹੀਂ ਖਤਮ ਹੋਵੇਗੀ। ਇਸ ਲਈ ਸਾਡੇ ਮਾਨਸਿਕ ਬੰਧਨਾਂ ਦੀ ਬਾਬਤ ਸਾਨੂੰ ਸੂਝ-ਬੂਝ ਅਥਵਾ ਅਨੁਭਵ ਹੋਣਾ ਲਾਜ਼ਮੀ ਹੈ। ਤੇਹੀ ਗੁਣੀ ਤ੍ਰਿਭਵਨ ਵਿਆਪਿਆ ਭਾਈ, ਗੁਰਮੁਖ ਬੂਝ ਬੁਝਾਏ। ਰਾਮ ਨਾਮ ਲਗ ਛੁਟਿਐ ਭਾਈ, ਪੁੱਛੋ ਗਿਆਨੀ ਆ ਜਾਏ। ਮਾਈ ਮੈਂ ਕਹਿ ਬਿਦ ਲਖੋਂ ਗੁਸਾਈ, ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਓ ਉਰਜਾਈ। ਸਗਲ ਜਨਮ ਪਰਮ ਹੀ ਪਰਮ ਖੋਇਓ, ਨੈ ਅਸਥਿਰ ਮਤ ਪਾਈ। ਵਿਖਿਆ ਸਕਤ ਰਹਿਓ ਨਿਸਬਾਸਰ, ਨੈ ਛੂਟੀ ਅਦਮਾਈ। ਇਹ ਮਨ ਮੇਰਿਆ ਤੂੰ ਤਾਂ ਛੁੱਟ ਸੀ, ਜਾਂ ਭਰਮ ਚੁਕਾਏ ਸੀ ਰਾਮ। ਕਾਜੀ ਮੁੱਲਾ ਹੋਵੇਂ ਸ਼ੇਖ, ਜੋਗੀ ਜੰਗਮ ਭਗਵੇਂ ਭੇਖ। ਕੋ ਗਿਰਹੀ ਕਰਮਾ ਕੀ ਸੰਦ, ਬਿਨ ਬੂਝੈ ਸਭ ਖੜੀਐਸ ਬੰਦ। जुग जुग मेर शरीर का, बासना बद्दा आवे जावे। फिर फेर वटाई है, ज्ञानी होए मरम क्यों पावे। मरम क्यों पावे। सो जद बीमारी दी सही शनाख्त हो जावे तां उस दा सही इलाज हो सकदा है। इसे तरह साथ संगत विच विचरदियां होयां सानू अपने मानसिक बंधना दा ज्ञान या अनुभव हो जावे, ਤਾਂ ਹੀ ਅਸੀਂ ਇਹਨਾਂ ਅਨੇਕਾਂ ਕਿਸਮਾਂ ਦੇ ਸਰੀਰਕ, ਮਾਨਸਿਕ, ਧਾਰਮਿਕ ਤੇ ਅਧਿਆਤਮਿਕ ਬੰਧਨਾਂ ਤੋਂ ਬਚਣ ਦਾ
ਜਾਂ ਛੁਟਕਾਰਾ ਪਾਉਣ ਲਈ ਕੋਈ ਉਪਰਾਲਾ ਕਰ ਸਕਦੇ ਹਾਂ। ਧਿਆਨ ਦੇਣਾ ਜੀ, ਪਹਿਲੇ ਤਾਂ ਸਾਧ ਸੰਗਤ ਵਿੱਚ ਵਿਚਰਦਿਆਂ ਜੇ ਸਾਨੂੰ ਮਾਨਸਿਕ ਬੰਧਨਾਂ ਦਾ ਗਿਆਨ ਹੋ ਜਾਵੇ, ਇਹ ਅਹਿਸਾਸ ਹੋ ਜਾਵੇ ਕਿ ਹਾਂ ਮੈਨੂੰ ਫਲਾਣੀ ਬਿਮਾਰੀ ਲੱਗੀ ਹੋਈ ਹੈ, ਤਾਂ ਅਸੀਂ ਇਹਨਾਂ ਕਈ ਕਿਸਮਾਂ ਦੇ ਸਰੀਰਕ ਬੰਧਨ ਹਨ ਜਾਂ ਮਾਨਸਿਕ ਹਨ ਜਾਂ ਧਾਰਮਿਕ ਜਾਂ ਅਧਿਆਤਮਿਕ ਬੰਧਨਾਂ ਤੋਂ ਬਚਣ ਜਾਂ ਛੁੱਟਣ ਦਾ ਕੋਈ ਉਪਰਾਲਾ ਕਰ ਸਕਦੇ ਹਾਂ। ਗੱਲਾਂ ਨਾਲ ਗੱਲੀ ਭੇਸ਼ਤ ਨਾ ਜਾਈਏ, ਛੁੱਟੈ ਸੱਚ ਕਮਾਏ। ਬਾਦੇ ਜਮ ਕੀ ਜੇਵਰੀ, मीठी माया रंग, परम के मोहे न बुझै, सो प्रभ सद हूं संग, लेखे गणत न छूटिए, काची पीत न सुध, जिसे बुझाए नानका तै गुरमुख निर्मल बुध। फूटो आंडा परम का, मने पया परगास, काटी बेड़ी पगै ते गुरकीनी बंद खलास। ਗੁਰਬਾਣੀ ਵਿੱਚ ਸਾਡੇ ਇਹਨਾਂ ਸਰੀਰਕ, ਮਾਨਸਿਕ, ਸਮਾਜਿਕ, ਧਾਰਮਿਕ ਤੇ ਅਧਿਆਤਮਿਕ ਬੰਧਨਾਂ ਤੋਂ ਛੁਟਕਾਰਾ ਪਾਉਣ ਅਥਵਾ ਇਹਨਾਂ ਤੋਂ ਮੁਕਤ ਹੋਣ ਲਈ ਹੇਠ ਲਿਖੇ ਸਾਧਨ ਦਰਸਾਏ ਗਏ ਹਨ। ਸਭ ਤੋਂ ਪਹਿਲਾ ਹੈ ਨਾਮ ਸਿਮਰਨ ਅਥਵਾ ਭਗਤੀ ਦੁਆਰਾ ਜੀਵ ਦੇ ਬੰਧਨ ਕੱਟੇ ਜਾ ਸਕਦੇ ਹਨ। ਧਿਆਨ ਦੇਣਾ ਜੀ, ਸਿਮਰਨ ਕਿਸ ਕੀ ਹੈ, ਕਿਵੇਂ ਕਰਨਾ ਹੈ, ਇਹ ਇੱਕ ਅਲੱਗ ਵਿਸ਼ਾ ਹੈ ਜਿਸ ਤੇ ਗੁਰਮੁਖ ਪਿਆਰਿਆਂ ਨੇ 16 ਲੇਖ ਲਿਖੇ ਹਨ। ਸੋ ਸਮਝ ਕੇ ਕਿ ਕਿਵੇਂ ਸਿਮਰਨ ਕਰਨਾ ਹੈ, ਸਹੀ ਮਾਇਨਿਆਂ ਵਿੱਚ ਸਿਮਰਨ ਕਰਨ ਨਾਲ, ਭਗਤੀ ਕਰਨ ਨਾਲ ਜੀਵ ਦੇ ਬੰਧਨ ਕੱਟੇ ਜਾ ਸਕਦੇ ਹਨ। ਸੋ ਐਸਾ ਹਰ ਨਾਮ ਜਪਿਐ ਮਨ ਮੇਰੇ, ਜੋ ਅੰਤੀ ਅਵਸਰ ਲਏ ਛਡਾਏ। ਸਿਮਰਤ ਨਾਮ ਕਾਟੇ ਸਭ ਪਾਏ, त्रिबद बंधन टूटे गुरशब्दी मुक्त करावणिया। सोदत सोद बिचारा, बिन हर भजन नहीं छुटकारा। टूटे माया के बंधन फाहे, हर राम नाम लिव लागे। सो किच कर जित छुटे प्राणी, हर हर नाम जप अमृत बाणी। कहो नानक बंधन काटन को, मैं सतगुर पुरख ते आवत है। जिन हर जपया तिन फल पाया, सब टूटे माया फंदे। जन नानक अनदिन नाम जपो हर संतो, ए छूटन का साचा परवासा। नाम निदान त्याय मन अटल, ता छूटे माया के पटल। तोड़े बंधन होवे मुक्त, शब्द मन वसाए। दूसरा है साध संगत अथवा सत्संगत द्वारा जीव दे बंधन टुट सकते हैं। सो ये भी एक अलग विस्तार है। 14 लेख इस विषय ते भी गुरमुख प्यारिਆਂ ने लिखे हैं कि संगत विचों लाहा किवें प्राप्त हो सकता है, किन्ने प्रकार दी संगत है ते किवें असीं उस तों लाहा लेना है। सो साध संगत अथवा सत्संगत द्वारा जीव दे बंधन टुट सकते हैं। जिन तू सेविया भाव कर, सेही पुरख सुजान, तिन्ना पिछे छुटिया जिना अंदर नाम निदान। टूटे बंधन जास के होआ साधु संग, साधा शरणी जो पवै सो छुटै बद्दा। भये कृपाल दयाल प्रभ मेरे, साध संगत मिल छूटे। जब ते साधु संग पया, तो छड़ गए निगहार, जिसकी अटक तिसते छूटी, तो कहां करे कोटवार। टूटे बंधन साध संग पाया, कहो नानक गुर रोग मिटाया। साध संगत मिल बंध खलासी। तीसरा है प्रभु दी ओट अथवा शरण पया, साडे बंधन कटे जा सकते हैं। तिस शरणाई छूटी है, कीता लोड़े सो होए। महाबिखम संसार विरले पेखिया, छूटन हर की शरण लेख नानक लेखिया। प्रभ की ओट गई तो छूटो, गुर प्रसादी से नर उबरे, जे हर शरणागत भज पया। ताकि गही मन ओट, बंधन ते होई छोट। सो साध संगत दे आसरे सिमरन करदियां
ਅੰਤਰਮੁਖੀ ਹੋ ਕੇ ਹੁਕਮ ਨੂੰ ਬੁੱਝ ਕੇ ਪ੍ਰਭੂ ਦੀ ਸ਼ਰਨ ਵਿੱਚ ਆ ਜਾਣ ਨਾਲ ਹੀ ਬੰਧਨ ਕੱਟ ਸਕਦੇ ਹਨ। ਇਸ ਤੋਂ ਇਲਾਵਾ ਹੋਰ ਕਿਸੇ ਕਿਸਮ ਦੀ ਕਰਮ ਕਿਰਿਆ, ਪਾਠ ਪੂਜਾ, ਗਿਆਨ ਧਿਆਨ, ਯੋਗ ਸਾਧਨ ਆਦਿ ਨਾਲ ਜੀਵ ਦਾ ਮਾਨਸਿਕ ਬੰਧਨਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਬਿਨ ਹਰ ਨਾਮ ਨਾ ਛੁਟੀਐ, ਗੁਰਮਤਿ ਮਿਲੈ ਮਿਲਾਏ। ਹਾਂਜੀ, ਅੰਤਰਮੁਖੀ ਹੋ ਕੇ ਸਿਮਰਨ ਨਹੀਂ ਕੀਤਾ, ਹੁਕਮ ਨਹੀਂ ਬੁਝਿਆ, ਹੁਕਮ ਨੂੰ ਬੁਝ ਕੇ ਹੁਕਮ ਅਨੁਸਾਰ ਜੀਵਨ ਢਾਲ ਕੇ ਉਸ ਦੀ ਸ਼ਰਨ ਨਹੀਂ ਪਏ ਤੇ ਇਹ ਸੋਚਿਆ ਬਈ ਬਾਹਰਲੇ ਕਰਮ ਕਾਂਡਾਂ ਨਾਲ ਬੰਧਨਾਂ ਤੋਂ ਛੁਟਕਾਰਾ ਨਹੀਂ। ਗੁਰਬਾਣੀ ਅਨੁਸਾਰ ਕਿਸੇ ਹੋਰ ਕਰਮ ਕਿਰਿਆ, ਪਾਠ ਪੂਜਾ, ਗਿਆਨ ਧਿਆਨ, ਯੋਗ ਸਾਧਨ ਆਦਿ ਨਾਲ ਜੀਵ ਦਾ ਮਾਨਸਿਕ ਬੰਧਨਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਕਥਨੇ ਕਹਿਣ ਨਾ ਛੁਟੀਐ, ਨਾ ਪੜ ਪੁਸਤਕ ਪਾਰ। ਅਨਕ ਜਤਨ ਨਹੀਂ ਹੋ ਛੁਟਾਰਾ, ਬਹੁਤ ਸਿਆਣਪ ਆਗਲ ਪਾਰਾ। ਕਉ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਬਿਨ ਗੁਰ ਸ਼ਬਦ ਨਾ ਛੂਟੀਐ, ਦੇਖੋ ਵਿਚਾਰਾ। ਜੇ ਲਖ ਕਰਮ ਕਮਾਵਈ, ਬਿਨ ਗੁਰ ਅੰਧਿਆਰਾ। ਬੰਧਨ ਕਾਟੈ ਸੋ ਪ੍ਰਭੂ ਜਾਂ ਕੈ ਕਲ ਹਾਥ, ਅਵਰ ਕਰਮ ਨਹੀਂ ਛੂਟੀਐ, ਰਾਖੋ ਹਰ ਨਾਥ। ਪੁਸਤਕ ਪਾਠ ਵਿਆਕਰਣ ਵਖਾਣੈ, ਸੰਧਿਆ ਕਰਮ ਤਿਕਾਲ ਕਰੈ। ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ, ਰਾਮ ਨਾਮ ਬਿਨ ਉਰਜ ਮਰੈ। कोट कर्म बंधन का मूल, हर के भजन बिन बिरथा पूल। जाप ताप नेम सुच संजम, नाई इन विदे छुटकार। जाप ताप नेम सुच संजम, नाही इन विदे छुटकार। गर्त घोर अंध ते काडो, प्रभ नानक नदर निहार। ਸੋ ਬੰਧਨ ਛੁੱਟਣ ਦੀ ਬਾਬਤ ਵਿਚਾਰਾਂ ਨੂੰ ਹੋਰ ਸਮਝ ਗੋਚਰਾ ਤੇ ਸਪਸ਼ਟ ਕਰਨ ਲਈ ਕੁਝ ਸੰਖੇਪ ਨੁਕਤੇ ਪੇਸ਼ ਕੀਤੇ ਜਾਂਦੇ ਹਨ। ਇਹਨਾਂ ਅਹਿਮ ਨੁਕਤਿਆਂ ਨੂੰ ਸਮਝ ਕੇ ਅਨੁਭਵ ਕਰਕੇ ਦ੍ਰਿੜ ਕਰਨ ਦੀ ਲੋੜ ਹੈ ਕਿ ਅਕਾਲ ਪੁਰਖ ਨੇ ਜਦ ਇਹ ਕਾਇਨਾਤ ਸਾਜੀ ਤਾਂ ਇਹਦੇ ਨਾਲ ਹੀ ਜੀਵਾਂ ਵਿੱਚ ਹਉਮੈ ਅਥਵਾ ਮੈਂ ਮੇਰੀ ਦਾ ਅਹਿਸਾਸ ਭਰ ਦਿੱਤਾ। ਹਉਮੈ ਦੁਆਰਾ ਸਾਡੇ ਮਨ ਵਿੱਚ ਹਉਮਤਾਰੀ ਖਿਆਲ ਉਪਜਦੇ ਹਨ, ਜਿਨ੍ਹਾਂ ਦੇ ਆਧਾਰ ਤੇ ਅਸੀਂ ਕਰਮ ਕਰਦੇ ਹਾਂ। ਹਉਮੈ ਵੇੜੇ ਮਨ ਨਾਲ ਅਸੀਂ ਕਰਮਬੱਧ ਹੋ ਕੇ ਕਰਮ ਕਰਦੇ ਤੇ ਨਤੀਜੇ ਭੋਗਦੇ ਹਾਂ। ਇਸ ਤਰ੍ਹਾਂ ਅਸੀਂ ਜਨਮਾਂ ਤੋਂ ਕਰਮਾਂ ਦੇ ਗੇੜ ਵਿੱਚ ਪੈ ਕੇ ਅਭਿਆਸ ਕਰਦੇ ਆਏ ਹਾਂ ਤੇ ਆਪੂ ਘੜੇ ਕਰਮਾਂ ਦੇ ਅਟੁੱਟ ਬੰਧਨਾਂ ਵਿੱਚ ਪਏ ਹੋਏ ਹਾਂ। ਧਿਆਨ ਦੇਣਾ ਜੀ, ਕਿਉਂਕਿ ਹਉਮੈ ਵਿੱਚ ਜੇ ਮਾੜੇ ਕਰਮ ਕਰਦੇ ਆ ਮਾੜਾ ਨਤੀਜਾ ਭੋਗਣਾ ਪੈਂਦਾ, ਜੇ ਹਉਮੈ ਵਿੱਚ ਚੰਗੇ ਕਰਮ ਕਰਦੇ ਆ ਤਾਂ ਚੰਗਾ ਭੋਗਣ ਲਈ ਵੀ ਤਾਂ ਸਾਨੂੰ ਜਨਮ ਧਾਰ ਕੇ ਆਉਣਾ ਪੈਂਦਾ ਇਸ ਸੰਸਾਰ ਵਿੱਚ। ਸੋ ਕਰਮ ਬੰਧਨਾਂ ਤੋਂ ਖਲਾਸੀ ਤਾਂ ਨਹੀਂ ਹੋ ਸਕਦੀ। ਇਹ ਹਉਮੈ ਵੇੜੇ ਕਰਮਾਂ ਨੇ ਹੀ ਸਾਨੂੰ ਕਾਰਮਕ ਬੰਧਨਾਂ ਵਿੱਚ ਪਾਇਆ ਹੋਇਆ ਹੈ। ਇਸ ਤਰ੍ਹਾਂ ਅਸੀਂ ਜਨਮਾਂ ਤੋਂ ਕਰਮਾਂ ਦੇ ਗੇੜ ਵਿੱਚ ਪੈ ਕੇ ਅਭਿਆਸ ਕਰਦੇ ਆਏ ਹਾਂ ਤੇ ਆਪੂ ਘੜੇ ਕਰਮਾਂ ਦੇ ਅਟੁੱਟ ਬੰਧਨਾਂ ਵਿੱਚ ਪਏ ਹੋਏ ਹਾਂ। ਇਹਨਾਂ ਹਉਮੈ ਦੇ ਕਰਮ ਬੰਧਨਾਂ ਦੀ ਕੈਦ ਵਿੱਚ ਸਾਰੀ ਕਾਇਨਾਤ ਫਸੀ ਹੋਈ ਹੈ, ਪਰ ਕਿਸੇ ਨੂੰ ਵੀ ਇਹ ਅਹਿਸਾਸ ਨਹੀਂ ਕਿ ਉਹ ਕਰਮ ਬੰਧਨਾਂ ਦੇ ਸਦੀਵੀ ਗੁਲਾਮ ਹਨ। ਆਮ ਜਨਤਾ ਨੂੰ ਤਾਂ ਆਪਣੇ ਕਰਮ ਬੰਧਨਾਂ ਦੀ ਸੋਝੀ ਨਹੀਂ, ਪਰ ਹੈਰਾਨੀ ਦੀ ਗੱਲ ਹੈ ਕਿ ਗਿਆਨੀ, ਧਿਆਨੀ, ਵਿਦਵਾਨ, ਵਿਗਿਆਨੀ, ਫਿਲਾਸਫਰ ਅਤੇ ਧਰਮ ਦੇ ਠੇਕੇਦਾਰਾਂ ਨੂੰ ਵੀ ਇਹਨਾਂ ਕਰਮ ਬੰਧਨਾਂ ਦਾ ਅਹਿਸਾਸ ਨਹੀਂ ਹੁੰਦਾ। ਇਹ ਹਕੀਕਤ ਹੈ। ਕਿਸੇ ਨੂੰ ਜਿਤਨਾ ਮਰਜ਼ੀ ਗਿਆਨ ਆਵੇ, ਧਿਆਨ ਆਵੇ, ਕੋਈ ਵਿਦਵਤਾ ਦਾ ਪੰਡਤ ਹੈ ਜਾਂ ਕੋਈ ਵਿਗਿਆਨੀ ਹੈ, ਕੋਈ ਫਿਲਾਸਫਰ ਹੈ, ਕੋਈ ਧਰਮ ਦਾ ਠੇਕੇਦਾਰ ਹੈ, ਕਿਸੇ ਨੂੰ ਵੀ ਇਹਨਾਂ ਕਰਮ ਬੰਧਨਾਂ ਦਾ ਅਹਿਸਾਸ ਨਹੀਂ ਹੁੰਦਾ। ਤਦੇ ਉਹ ਵੀ ਹਉਮਤਾਰੀ ਲੋਕਾਂ ਵਾਂਗ ਹਉਮੈ ਵਿੱਚ ਕਰਮ ਕਰਦੇ ਹਨ ਤੇ ਨਤੀਜੇ ਭੋਗਦੇ ਹਨ। ਜਿਵੇਂ ਆਮ ਲੋਕ ਹਉਮੈ ਵਿੱਚ ਗਲਤਾਨ ਹਨ, ਇਹ ਵੀ ਕਿੱਥੇ ਹਉਮੈ ਦੀ ਤੋਂ ਛੁੱਟੇ ਹਨ ਜਿਹੜੇ ਵਿਦਵਾਨ ਪੰਡਤ ਤੇ ਕਿਤੇ ਆਦਿਕ ਧਰਮ ਦੇ ਠੇਕੇਦਾਰ। ਇਹਨਾਂ ਕਰਮ ਬੰਧਨਾਂ ਨੂੰ ਕੋਈ ਵਿਰਲਾ ਬਖਸ਼ਿਆ ਹੋਇਆ ਗੁਰਮੁਖ ਜਾਨੀ ਅਨੁਭਵ ਦੁਆਰਾ ਬੁੱਝ ਸਕਦਾ ਹੈ ਤੇ ਇਸ ਦੀ ਕੈਦ ਵਿੱਚੋਂ ਮੁਕਤ ਹੋ ਸਕਦਾ ਹੈ। ਸੋ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਨਾਮ ਸਿਮਰਨ ਦੁਆਰਾ ਹੀ ਅਕਾਲ ਪੁਰਖ ਦੇ ਹੁਕਮ ਦੇ ਪਰਾਇਣ ਹੋ ਕੇ ਸਾਡੇ ਬੰਧਨ ਟੁੱਟ ਸਕਦੇ ਹਨ। ਇਹ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਦਾ ਤੱਤ ਹੈ। ਪਿੱਛੇ 3 ਚੀਜ਼ਾਂ ਅਸੀਂ ਪੜ੍ਹੀਆਂ, ਨਾਮ ਸਿਮਰਨ, ਸਾਧ ਸੰਗਤ ਅਤੇ ਪ੍ਰਭੂ ਦੀ ਸ਼ਰਨ। ਇਸ ਦਾ ਵਿਸਥਾਰ ਇੱਥੇ ਗੁਰਮੁਖ ਪਿਆਰਿਆਂ ਨੇ ਕੀਤਾ ਹੈ ਕਿ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਨਾਮ ਸਿਮਰਨ ਦੁਆਰਾ ਅਕਾਲ ਪੁਰਖ ਦੇ ਹੁਕਮ ਪਰਾਇਣ ਹੋ ਕੇ ਸਾਡੇ ਬੰਧਨ ਟੁੱਟ ਸਕਦੇ ਹਨ। इतना सिमरन करना, इतना अंतर्मुखी होना साध संगत दे आसरे कि अंतरात्मे अपने उस नाल लिखे हुक्म नूं बुझना, उस नूं बुझ के फिर उस हुक्म दे परायण हो के ही साडे बंधन कटे जा सकते हैं।
ਇਸ ਬੰਧਨ ਛੁੱਟਣ ਵਿਸ਼ੇ ਨੂੰ ਅਨੁਭਵ ਕਰਨ ਲਈ ਗੁਰਬਾਣੀ ਦੀਆਂ ਹੇਠ ਲਿਖੀਆਂ 94ਵੀਆਂ ਪੰਕਤੀਆਂ ਸਹਾਇਕ ਹੋ ਸਕਦੀਆਂ ਹਨ। ਹਉ ਹਉ ਕਰਤ ਬੰਧਨ ਮੈਂ ਪਰਿਆ, ਨੈ ਮਿਲੀਐ ਇਹ ਜੁਗਤ। ਗਿਆਨ ਧਿਆਨ ਸਭ ਕੋਈ ਰਵੈ, ਬਾਂਧਨ ਬਾਂਧਿਆ ਸਭ ਜਗ ਪਾਵੇ। फासन की बिद सब को जाने, छूटन की एक कोई। सोदत सोदत सोद विचारा, बिन हर भजन नहीं छुटकारा। जन नानक अंदिन नाम जपो हर संतो, जन नानक अंदिन नाम जपो हर संतो, ये छूटन का साचा परवासा। गुरबाणी विचार लेख नंबर 106 बंधन छुटन भाग दूजा। गुरु रूप प्यारी साध संगत जी, बड़िया अमोलक विचारा हैं, क्योंकि इंसान धार्मिक बंधना में फसिया होया सारी जिंदगी ये समझदा मैं कुछ कमा रहा हाँ, पर जदों अंत समय शरीर विचों रूह निकल जाती है उस वेले पता लगता है कख नहीं खटिया। सो महापुरखा ने ना हर तरह के बंधना में सानू बचाउण लई अपने आत्मक अनुभव विचों गुरबाणी के आधार ते 132 लिखतां लिखियां हन। जिवें पढ़िया नाम सिमरन संगत करदियां हुक्म नूं बुझ के असी बंधना तो छुट सकते हैं। सिमरन का अलग विषय है, उसनूं समझना सिमरन करना किवें है। संगत का अलग विषय है, क्योंकि संगत कोई पिकनिक स्पॉट नहीं, इत्थे आके 2-4 गल्लां करके 2 घंटे कीर्तन सुन के चले गए। इथों किवें असली लाहा लेना है उसका विस्तार है। फिर हुक्म नूं किवें बुझना है उसका अलग विस्तार है। अलग अलग विषयां ते पूरा पूरा विस्तार लिखिया है। ये तां संखेप मात्र पढ़िया सी। जिन्हां वीर भैणां कोले लिखता नहीं हन, बहुत 1-1 रुपए नाम मात्र पेट, 132 रुपए का 101 सैट है पूरा, 1000 लखां रुपए असीं कपड़ियां लत्तियां ते बर्बाद कर देंदे हां। सो जिन्हां कोले लिखता हाले तक नहीं हन, उन्हां दे चरनां 'च बेनती 1-1 सैट ले जाण दी किरपालता कर। इन्हां नूं ध्यान नाल पढ़ के अपना असीं अमोलक जीवन सवार सकदे हां। वाहिगुरू जी का खालसा, वाहिगुरू जी की फतेह।